ਸ਼ਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ। ਭੈ ਵਿੱਚ ਅਗਨ ਕਢੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੇ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ। ਭੈ ਵਿੱਚ ਜੋਧੇ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਆਸਾ ਦੀ ਵਾਰ ਦਾ ਇਹ ਪਾਵਨ ਪਵਿੱਤਰ ਸ਼ਲੋਕ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚੌਥੀ ਪੌੜੀ ਦੇ ਨਾਲ ਜੋੜਿਆ ਹੈ, ਜਿਸ ਵਿੱਚ ਸਤਿਗੁਰੂ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਹੈ ਕਿ ਭੈ ਮਨੁੱਖ ਦੀ ਇੱਕ ਲੋੜ ਹੈ, ਭੈ ਪ੍ਰਭੂ ਦੀ ਇੱਕ ਦੇਣ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਇੱਕ ਰੋਗ ਹੈ। ਈਸ਼ਵਰ ਜੋ ਇੱਕ ਭੈ ਦਿੰਦਾ ਹੈ ਉਹ ਸੁਰੱਖਿਆ ਹੈ। ਮਨੁੱਖ ਜਿਸ ਭੈ ਨੂੰ ਪੈਦਾ ਕਰਦਾ ਹੈ ਉਹ ਪੀੜਾ ਹੈ, ਉਹ ਬੋਝ ਹੈ, ਉਹ ਤਣਾਅ ਹੈ। ਪਰ ਈਸ਼ਵਰ ਜਿਸ ਭੈ ਨੂੰ ਦਿੰਦਾ ਹੈ ਉਹ ਪ੍ਰਫੁੱਲਤਾ ਹੈ, ਖੇੜਾ ਹੈ, ਖੁਸ਼ੀ ਹੈ। ਜਿੱਥੇ ਮਨੁੱਖ ਦਾ ਪੈਦਾ ਕੀਤਾ ਹੋਇਆ, ਸਵੰ ਇਜਾਦ ਕੀਤਾ ਹੋਇਆ ਭੈ ਹਿਰਦੇ ਨੂੰ ਮੈਲਾ ਕਰਦਾ ਹੈ, ਉੱਥੇ ਪ੍ਰਭੂ ਦਾ ਭੈ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਭੈ ਪਈਏ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ। ਜਿਉ ਬੈ ਸੰਤਰ ਧਾਤ ਸੁਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਪ੍ਰਭੂ ਦਾ ਭੈ, ਅਕਾਲ ਪੁਰਖ ਦਾ ਭੈ ਮਨੁੱਖ ਦੀ ਤਮਾਮ ਦੁਰਮਤੀ ਨੂੰ ਸਾੜ ਦਿੰਦਾ ਹੈ, ਮਨੁੱਖ ਦੇ ਤਮਾਮ ਮਾੜੇ ਵਿਚਾਰਾਂ ਨੂੰ ਛੀਣ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਇਸ ਵਾਸਤੇ ਭੈ ਮਨੁੱਖ ਦੀ ਇੱਕ ਲੋੜ ਹੈ, ਤੇ ਭੈ ਨਾਲ ਹੀ ਵਸਤੂ ਦੀ ਤੇ ਹਸਤੀ ਦੀ ਹੋਂਦ ਹੈ। ਇਹ ਈਸ਼ਵਰੀ ਭੈ ਇੱਕ ਪਾਸੇ ਕਰ ਦਈਏ, ਮਨੁੱਖ ਦੀਆਂ ਖੁਸ਼ੀਆਂ, ਮਨੁੱਖ ਦਾ ਆਨੰਦ, ਮਨੁੱਖ ਦਾ ਖੇੜਾ ਸਾਰਾ ਨਸ਼ਟ ਹੋ ਜਾਏਗਾ। ਭੈ ਵਿੱਚ ਪਵਨ ਵਹੈ ਸਦਵਾਓ। ਹੁਣ ਸਤਿਗੁਰੂ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਫਰਮਾਨ ਕਰਦੇ ਨੇ ਕਿ ਜਿੱਥੇ ਪਰਮਾਤਮਾ ਵਿਆਪਕ ਹੈ ਉਸ ਦਾ ਭੈ ਵੀ ਵਿਆਪਕ ਹੈ, ਔਰ ਉਸ ਦੇ ਭੈ ਵਿੱਚ ਸਾਰੇ ਨੇ। ਇਹ ਭੈ ਸੂਖਸ਼ਮ ਰੂਪ ਦੇ ਵਿੱਚ, ਅਸਥੂਲ ਰੂਪ ਦੇ ਵਿੱਚ ਸਾਰੇ ਹੀ ਕਬੂਲਦੇ ਨੇ, ਔਰ ਸਾਰੇ ਭੈ ਦੇ ਵਿੱਚ ਨੇ, ਤੇ ਸਾਰਿਆਂ ਨੂੰ ਭੈ ਤੋਂ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਸਤਿਗੁਰੂ ਜੀ ਮਹਾਰਾਜ ਫਰਮਾਨ ਕਰਦੇ ਨੇ, ਇਹ ਜਿਹੜੀ ਪਵਨ ਹੈ ਜੋ ਹਰ ਵਕਤ ਚੱਲ ਰਹੀ ਹੈ, ਵਗ ਰਹੀ ਹੈ, ਪ੍ਰਭੂ ਦੇ ਭੈ ਵਿੱਚ ਹੈ। ਇਹ ਆਪ ਮੁਹਾਰੇ ਨਹੀਂ ਵਗ ਰਹੀ, ਇਹਨੂੰ ਵਗਾਉਣ ਵਾਲਾ ਕੋਈ ਹੈ, ਇਹਨੂੰ ਚਲਾਉਣ ਵਾਲਾ ਕੋਈ ਹੈ। ਅਗਰ ਇਹ ਆਪ ਮੁਹਾਰੇ ਹੋਵੇ ਤਾਂ ਪਵਨ ਤੋਂ ਵੀ ਬਥੇਰੀਆਂ ਬਰਬਾਦੀਆਂ ਹੋ ਸਕਦੀਆਂ ਨੇ, ਤਬਾਹੀਆਂ ਹੋ ਸਕਦੀਆਂ ਨੇ। ਅਸੀਂ ਕਦੀ ਕਦੀ ਦੇਖਦੇ ਹਾਂ ਕਿ ਈਸ਼ਵਰ ਕਦੀ ਕਦੀ ਪਵਨ ਨੂੰ ਬੇਮੁਹਾਰਾ ਕਰ ਦਿੰਦਾ ਹੈ, ਤੇ ਜੈਸੇ ਪਵਨ ਨੂੰ ਬੇਮੁਹਾਰਾ ਕਰਦਾ ਹੈ, ਪਵਨ ਤੂਫਾਨ ਦੀ ਸ਼ਕਲ ਅਖਤਿਆਰ ਕਰ ਅਨੇਕਾਂ ਤਬਾਹੀਆਂ ਨੂੰ ਜਨਮ ਦਿੰਦੀ ਹੈ, ਅਨੇਕਾਂ ਬਰਬਾਦੀਆਂ ਨੂੰ ਜਨਮ ਦਿੰਦੀ ਹੈ। ਸੋ ਸਾਹਿਬ ਕਹਿੰਦੇ ਨੇ ਇਹ ਭੈ ਦੇ ਵਿੱਚ ਵਗ ਰਹੀ ਹੈ, ਚੱਲ ਰਹੀ ਹੈ। ਭੈ ਵਿੱਚ ਚੱਲੇ ਲਖ ਦਰਿਆ। ਪ੍ਰਿਥਵੀ ਦੇ ਉੱਤੇ ਇਹ ਜੋ ਲੱਖਾਂ ਨਦੀ ਨਾਲੇ ਦਰਿਆ ਚੱਲ ਰਹੇ ਨੇ, ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਸਾਰੇ ਦੇ ਸਾਰੇ ਪ੍ਰਭੂ ਭੈ ਦੇ ਵਿੱਚ ਚੱਲ ਰਹੇ ਨੇ। ਬਾਬੇ ਫਰੀਦ ਦੀ ਜ਼ਿੰਦਗੀ ਦੀ ਇੱਕ ਗਾਥਾ ਹੈ ਜੋ ਉਹਨਾਂ ਦੇ ਸ਼ਲੋਕ ਦੇ ਵਿੱਚ ਬਕਾਇਦਾ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਕਿ ਦਰਿਆ ਸਿੰਧ ਇੱਕ ਦਫਾ ਤੁਗਿਆਨੀ ਤੇ ਆਇਆ, ਪੂਰੇ ਹੜ ਤੇ ਆਇਆ, ਤੇ ਉਹਨੇ
शहर नूं ढाह लाणी शुरू कर दित्ती। बाबे फरीद दा भी अस्थान दरिया सिंध दे किनारे, सारे कस्बे वासी आके फरियाद करते ने बाबे फरीद नूं कि जिस ढंग नाल ये दरिया चढ़िया ते जिस ढंग नाल इसने ढाह लाई है, इस ढंग नाल ते साडा शहर बचना बड़ी औखी गल है ते तुहाडा डेरा भी बचना बहुत औखी गल है। बाबा फरीद दरिया सिंध दे कंढे आके खड़े होए, ओदियां उछलदियां लहरां नूं वेखदे ने। ओ हड़ ते आया है, बेमुहारे है, ऐसा आपनूं प्रतीत होया है। तो आप कहंदे ने फरीदा कंदी वहण न ढाए, तू भी लेखा देवना। ऐ दरिया एक किनारे ना ढा, तबाइयां ना लिया, बर्बादियां नूं जन्म ना दे, तैनू भी लेखा देना पेगा। इतनी गल आखण दी देर से दरिया पहले नालों भी ज्यादा हड़ ते आ गया, पानी वध गया, ढाह पहले नालों भी जोर दी लग गई। तां आप दे हथ जुड़ गए, आपने सिर झुकाया ते आप दे मुंहों ए बोल निकले, कंदी वैन न ढाए, तू भी लेखा देवना। फरीदा जिधर रब रजाए, वैन ते दाऊं गांव करे। दरअसल ते रब दी रजा दे चल रहा है, ये ते रब दे भै दे चल रहा है, ते जिधर रब चला रहा है ये उधर चल रहा है। ये ढाह भी रब दी रजा दे लगी हुई है। इस वास्ते रब दी रजा दे सारे राजी हो, सारे मस्तक झुकाओ, सारे दुआ करो, सारे हथ जोड़ो, हे अकाल पुरख, हे रब, हे खुदा, जो तेरी रजा असी उस दे च राजी। कहंदे ने ऐसी दुआ करदियां दरिया अपने सीमत दायरे दे च वगण लग पिया। ये साखी, ये सलोक इस गल का सबूत मुहैया करता है कि सब कुछ मर्यादा दे च है ते प्रभु भय दे च है। साहिब कहंदे ने अनंत दरिया, ये लखां नदी नाले सब भय विच चल रहे ने, भय विच अगन घड़े वेगार। ये जो अग्नि सेवा कर रही है तरह तरह की, अजोके युग दे ते अगन की बहुत वड्डी सेवा है। रेलां मोटरां गड्डियां अग दे आसरे ते चल रही ने, और इस तो इलावा बड़े बड़े कारखाने अग दा ही इस्तेमाल कर रहे ने। मनुख दे शरीर दे पाचन शक्ति ते जिंदगी देण दा कम अग कर रही है। अग बहु पक्षी सेवा दे जुटी हुई है। साहिब कहंदे ये भी भय दे च है। अगर ये मर्यादा च ना होवे, भय दे च ना होवे, ते ऐसा भी हो सकता है अग ठंडी हो सकती है। अग सेक देण दी थां ते ठंड देण लग पवे, ते जे अग ठंड देण लग पवे तां अग ही ना रही। अग दी जो सेवा है वो सेवा ही ना रही। तो सतगुरुदेव जी महाराज कहते हैं इत्थे जो अग्नि है ये भी प्रभु दे भय दे चल रही है। कहते हैं कबीर दे घर नूं जद अग लगी ते घर सारा जल के खाक होया, खड्डी भी जल गई, कपड़े भी जल गए, साजो समान सारा जद घर दा जलिया। ते आप कहते ने आपे पावक आपे पवना, जारे खसम ता राखे कवना। हे खसम, अज तू मेरे घर दे च आया है अग दे रूप विच, अज तू मेरे घर दे च आया है पवन दे रूप विच, ते जद तू ही मेरा घर साड़ना है ते बचाएगा कौन? जद तू ही अग है ते मेरे घर नूं लगी है, हे प्रभु हुण होर कौन रखवाला होवेगा, हुण होर कौन बचावेगा? अग दे विच भी अकाल पुरख दा रूप वेखना, भाव उदी रजा वेखना, उदा हुक्म वेखना, अग नूं भी प्रभु दी मर्यादा दे च वेख के भगतां दी एक दृष्टि होंदी है, ये भगतां दी एक सोचनी होंदी है। तो सतगुरुदेव जी महाराज कहंदे ने भै विच अगन कढ़े वेगार, भै विच धरती दब्बी भार। अनेकां तरह दे भार दे थल्ले दबी ये धरती, जिहदे ते पहाड़ ने, दरिया ने, दरख्त ने, पशु पंखी ने, मनुख ने, अनेकां तरह दा बोझ लैके जो ये धरती दबी हुई खड़ी है। सतगुरुदेव जी कहते हैं ये भी भय दे, ये भी किसी मर्यादा, ये बेमर्यादा नहीं,
ये प्रभु दे भय तो बिना नहीं। अगां चल के आप फरमान करते हैं, भय विच इंद्र फिरे सिर भार, भय विच राजा धर्म द्वार, भय विच इंद्र फिरे सिर भार। इंद्र बदल जो सिर दे उपर मंडला रहे ने। इस्लाम दे विच पानी दे देवते नूं ख्वाजा खिजर कहंदे ने, साडे देश दे विच इंद्र कहंदे ने। बदल उपर मंडला रहे ने, साहिब कहंदे ने ये भी भय दे विच किसे मर्यादा दे विच उपर मंडलांदे पए ने ते फिर बरसदे पए ने। ये जो राजा धर्मराज है, जो जीवां दे लेख लिखदा है, ये जिहड़ी मर्यादा है, ये भी प्रभु दे भय दे च है। भय की उलंघना हुई तो बेतरतीबी हो जाती है। इस वास्ते प्रभु का भय ऐसा है, कोई भी जड़ चेतन उसकी उलंघना नहीं कर सकता। तो सतगुरुदेव जी महाराज कहते ने, ये धरती जिथे भार लैके खड़ी है, उत्थे सिरां दे उत्ते भार बन के ते पानी वरसा रिहा जो इंद्र है, ये भी भय दे च है। और ये धर्मराज जो जीवां दे कर्म पे लिखदा है, ये भी भय दे च है। भय विच सूरज, भय विच चंद,